ਅਸੀਂ ਅੱਖਾਂ ਨੂੰ ਬੰਦ ਕਰਾਂਗੇ, ਦੁਆ ਕਰਾਂਗੇ। ਭਾਈ ਪ੍ਰੇਮ ਸਿੰਘ ਜੀ ਦੁਆ ਕਰਨਗੇ। खुदावन तेरा शुक्र करदे पिता जो संत साढ़े बचन देंदा रहा। खुदावन तेरा धन्नवाद भी, तेरा शुक्र भी खुदावन जो जिंदे परमेश्वर खुदावन वचन होवे खुदावन दुखियां वास्ते, लाचारां वास्ते, बीमारां वास्ते जो खुदावन दे खुदा संतां दा वचन सुने, निजात पाए, शिफा पाए, चंगाई सतक जिंदगी पावे। खुदावन सब नूं बरकत देवी तेरा संतां नूं बहुत वड्डा मकाशवा देखी ते माल करी, राजवार तैयार करी। दुआनों सुनी कबूल करी, मिठे नाम ते मंगदे आ। ਅਸੀਂ ਖੁਦਾਵੰਦ ਦੇ ਪਾਕ ਕਲਾਮ ਨੂੰ ਪੜ੍ਹਾਂਗੇ। ਇਹਨਾਂ ਦਿਨਾਂ ਦੇ ਵਿੱਚ ਖੁਦਾ ਕੀ ਚਾਹੁੰਦਾ, ਖੁਦਾ ਦੀ ਮਰਜ਼ੀ ਕੀ ਹੈ। ਖੁਦਾ ਚਾਹੁੰਦਾ ਕਿ ਹਰ ਇਨਸਾਨ ਪਵਿੱਤਰ ਬਣੇ, ਕਿਉਂਕਿ ਪ੍ਰਭੂ ਯਿਸੂ ਮਸੀਹ ਦੀ ਆਮਦ ਜਿਹੜੀ ਹੈ ਇਹ ਬੜੀ ਕਰੀਬ ਹੈ। ਜੋ ਕੁਛ ਵੀ ਦੁਨੀਆ ਦੇ ਹਾਲਾਤ ਨੂੰ ਅਸੀਂ ਦੇਖ ਰਹੇ ਹਾਂ ਔਰ ਸਾਨੂੰ ਫਿਰ ਇਹ ਦਿਖਾਉਂਦਾ ਕਿ ਪ੍ਰਭੂ ਯਿਸੂ ਮਸੀਹ ਦੀ ਆਮਦ ਜਿਹੜੀ ਹੈ ਉਹ ਬੜੀ ਲਾਗੇ ਹੈ, ਕਿਉਂਕਿ ਯਿਸੂ ਮਸੀਹ ਨੇ ਕਿਹਾ ਸੀ ਮੈਂ ਆਵਾਂਗਾ ਫਿਰ ਤੁਹਾਨੂੰ ਲੈ ਜਾਵਾਂਗਾ। ਉਹਦੇ ਵਾਸਤੇ ਤਿਆਰ ਹੋਣ ਵਾਸਤੇ ਸਭਨਾਂ ਦੇ ਵਾਸਤੇ ਖੁਦਾ ਦਾ ਵਚਨ ਹੈ ਕਿ ਅਸੀਂ ਆਪਣੇ ਆਪ ਨੂੰ ਖੁਦਾ ਦੇ ਵਾਸਤੇ ਪਵਿੱਤਰ ਕਰੀਏ। ਇਹਨਾਂ ਦਿਨਾਂ ਦੇ ਵਿੱਚ ਅਸੀਂ ਖੁਦਾ ਦਾ ਕਲਾਮ ਸਿੱਖ ਰਹੇ ਸੀ ਕਿ ਇਨਸਾਨ ਪਵਿੱਤਰ ਹੋ ਸਕਦਾ। ਪਵਿੱਤਰ ਹੋਣ ਦੇ ਵਾਸਤੇ ਕੀ ਕਰਨਾ ਪਵੇਗਾ, ਅਸੀਂ ਪਵਿੱਤਰ ਹੋਣ ਦੇ ਵਾਸਤੇ ਕੀ ਕਰਨਾ, ਅਸੀਂ ਕਿਵੇਂ ਪਵਿੱਤਰ ਹੋ ਸਕਦੇ ਹਾਂ। ਪਹਿਲੇ ਅਸੀਂ ਸਿੱਖਿਆ ਸੀ ਕਿ ਪ੍ਰਭੂ ਯਿਸੂ ਮਸੀਹ ਦਾ ਨਾਮ ਸਾਨੂੰ ਪਵਿੱਤਰ ਕਰਦਾ। ਹੁਣ ਅਸੀਂ ਕੁਝ ਦਿਨਾਂ ਤੋਂ ਸਿੱਖ ਰਹੇ ਹਾਂ ਕਿ ਪ੍ਰਭੂ ਯਿਸੂ ਮਸੀਹ ਦਾ ਆਤਮਾ, ਪਵਿੱਤਰ ਆਤਮਾ, ਉਹ ਸਾਨੂੰ ਪਵਿੱਤਰ ਕਰਦਾ। ਹੁਣ ਅਸੀਂ ਫਿਰ ਉਹੀ ਆਇਤ ਪੜ੍ਹਾਂਗੇ, ਦੂਸਰਾ ਕਰੰਥੀਆਂ 7 ਬਾਬ ਉਹਦੀ ਪਹਿਲੀ ਆਇਤ। ਸੋ ਹੇ ਪਿਆਰਿਓ, ਜਦੋਂ ਸਾਨੂੰ ਇਹ ਵਚਨ ਦਿੱਤੇ ਹੋਏ ਨੇ, ਆਓ ਅਸੀਂ ਸਰੀਰ ਅਤੇ ਆਤਮਾ ਦੀ ਸਾਰੀ ਮਲੀਨਤਾਈ ਤੋਂ ਸ਼ੁੱਧ ਹੋ ਕੇ ਪਰਮੇਸ਼ੁਰ ਦੇ ਡਰ ਵਿੱਚ, ਪਵਿੱਤਰਤਾਈ ਵਿੱਚ ਸੰਪੂਰਨ ਹੋਈਏ ਜਾਂ ਪੂਰੇ ਹੋਈਏ, ਕਿਉਂਕਿ ਅਸੀਂ ਅਧੂਰੇ ਨਹੀਂ ਰਹਿਣਾ। ਪਵਿੱਤਰਤਾਈ ਵਿੱਚ ਪੂਰੇ ਬਣਨਾ, ਕਿਉਂਕਿ ਲਿਖਿਆ ਜਿਵੇਂ ਤੁਹਾਡਾ ਬੁਲਾਉਣ ਵਾਲਾ ਪਵਿੱਤਰ ਆ, ਉਸੇ ਤਰ੍ਹਾਂ ਤੁਸੀਂ ਵੀ ਪਵਿੱਤਰ ਬਣੋ। ਹੁਣ ਅਸੀਂ ਅੱਜ ਖੁਦਾ ਦੇ ਵਚਨ ਦੇ ਉੱਤੇ ਗੌਰ ਕਰਨੀ ਹੈ ਕਿ ਆਪਣੇ ਆਪ ਦੀ ਇੱਕ ਤਾਂ ਅਸੀਂ ਪਹਿਚਾਣ ਕਰਨੀ ਹੈ ਕਿ ਸਾਡਾ ਮਨ ਕੀ ਕਹਿ ਰਿਹਾ, ਜਾਂ ਅਸੀਂ ਕਿਸ ਪਾਸੇ ਜਾ ਰਹੇ ਹਾਂ, ਜਾਂ ਫਿਰ ਅਸੀਂ ਇਹਨੂੰ ਕਹਿ ਸਕਦੇ ਹਾਂ, ਇਹ ਵੀ ਅਸੀਂ ਸਮਝ ਸਕਦੇ ਹਾਂ ਕਿ ਅਸੀਂ ਕਿਵੇਂ ਪਵਿੱਤਰ ਹੋ ਸਕਦੇ ਹਾਂ। ਅੱਜ ਅਸੀਂ ਖੁਦਾ ਦੇ ਵਚਨ ਦੇ ਉੱਤੇ ਗੌਰ ਕਰਨੀ ਹੈ। ਪੌਲੁਸ ਰਸੂਲ ਦਾ ਖਤ ਰੋਮੀਆਂ ਨੂੰ, ਰੋਮੀਆਂ ਦੀ ਪੱਤਰੀ 8 ਬਾਬ ਉਹਦੀ 5 ਐਤ ਤੋਂ ਲੈ ਕੇ 9 ਐਤ ਤੱਕ ਅਸੀਂ ਖੁਦਾ ਦਾ ਵਚਨ ਜਿਹੜਾ ਵਾ ਇਹਨੂੰ ਅਸੀਂ ਸਿੱਖਣਾ। ਇਹ ਸਿੱਖਣ ਦੇ ਨਾਲ ਕੀ ਹੋਵੇਗਾ, ਅਸੀਂ ਆਪਣੀ ਪਹਿਚਾਣ ਵੀ ਕਰ ਸਕਦੇ ਹਾਂ ਔਰ ਇਹ ਵੀ ਅਸੀਂ ਦੇਖ ਸਕਦੇ ਹਾਂ ਕਿ ਅਸੀਂ ਕਿੱਦਾਂ ਪਵਿੱਤਰ ਹੋ ਸਕਦੇ, ਅਸੀਂ ਕਿਵੇਂ ਪਾਕ ਬਣ ਸਕਦੇ, ਖੁਦਾ ਸਾਨੂੰ ਕਿਵੇਂ ਪਵਿੱਤਰ ਬਣਾ ਸਕਦਾ, ਅਸੀਂ ਪਵਿੱਤਰ ਹੋਣ ਦੇ ਵਾਸਤੇ ਕੀ ਕਰਨਾ ਵਾ, ਜਾਂ ਸਾਡਾ ਮਨ ਜਿਹੜਾ ਵਾ ਇਹ ਪਵਿੱਤਰ ਹੋਣ ਦੇ ਵਾਸਤੇ ਇਸ ਪਾਸੇ ਅਸੀਂ ਜਾ ਰਹੇ ਹਾਂ ਜਾਂ ਅਸੀਂ ਦੂਸਰੇ ਪਾਸੇ ਜਾ ਰਹੇ ਹਾਂ, ਅਸੀਂ ਕਿਵੇਂ ਚੱਲ ਰਹੇ ਹਾਂ, ਸਾਡੀ ਜ਼ਿੰਦਗੀ 'ਚ ਅੱਜ ਦੇ ਸਮੇਂ 'ਚ ਕੀ ਹੋ ਰਿਹਾ, ਕੀ ਗੁਜ਼ਰ ਰਿਹਾ, ਇਹ ਅਸੀਂ ਦੇਖ ਸਕਦੇ। ਪਹਿਲੇ ਜਦੋਂ ਅਸੀਂ 5 ਐਤ ਪੜ੍ਹਾਂਗੇ, ਜਿਹੜੇ ਸਰੀਰਕ ਹਨ ਉਹ ਸਰੀਰ ਦੀਆਂ ਵਸਤਾਂ ਉੱਤੇ, ਪਰ ਜਿਹੜੇ ਆਤਮਿਕ ਹਨ ਉਹ ਆਤਮਾ ਦੀਆਂ ਵਸਤਾਂ ਦੇ ਉੱਤੇ ਮਨ ਲਾਉਂਦੇ ਹਨ। 7 ਗੱਲਾਂ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਸਿੱਖਣੀਆਂ ਨੇ। ਇਹ ਜਿਹੜੀ ਆਇਤ ਅਸੀਂ ਪੜ੍ਹੀ ਹੈ, ਇਹਦੇ ਵਿੱਚ 2 ਗੱਲਾਂ ਨੇ ਜਿਨ੍ਹਾਂ ਨੂੰ ਅਸੀਂ ਪਹਿਲੇ ਸਿੱਖਣਾ। ਪਹਿਲੀ ਗੱਲ ਲਿਖੀ ਹੈ ਕਿ ਜਿਹੜੇ ਸਰੀਰਕ ਹਨ ਉਹ ਸਰੀਰ ਦੀਆਂ ਵਸਤਾਂ ਉੱਤੇ। ਦੂਸਰੀ ਗੱਲ ਲਿਖੀ ਹੈ ਜਿਹੜੇ ਆਤਮਿਕ ਹਨ ਉਹ ਆਤਮਾ ਦੀਆਂ ਵਸਤਾਂ ਉੱਤੇ ਮਨ ਲਾਉਂਦੇ ਹਨ। ਅੱਜ ਅਸੀਂ ਗੌਰ ਕਰਨਾ, ਆਪਣੇ ਆਪ ਦੀ ਅਸੀਂ ਪਰਖ ਕਰਨੀ ਆ ਕਿ ਸਾਡਾ ਮਨ ਜਿਹੜਾ ਵਾ ਇਹ ਕਿਸ ਪਾਸੇ ਲੱਗਾ ਵਾ। ਇਹ ਸਾਡਾ ਮਨ ਜਿਹੜਾ ਵਾ ਇਹ ਆਤਮਿਕ ਬਣਨ ਵਾਲੇ ਬੰਨੇ ਲੱਗਾ
ਆਤਮਾ ਦੀਆਂ ਗੱਲਾਂ ਉੱਤੇ ਲੱਗਾ, ਜਾਂ ਸਾਡਾ ਮਨ ਜਿਹੜਾ ਵਾ ਸਰੀਰਕ ਗੱਲਾਂ ਦੇ ਵੱਲ ਲੱਗਾ ਰਹਿੰਦਾ। ਇਹਦੀ ਅਸੀਂ ਖੋਜ ਕਰਨੀ ਆ ਕਿ ਸਾਡਾ ਮਨ ਕੀ ਕਹਿ ਰਿਹਾ, ਇਹ ਸਾਡਾ ਮਨ ਕਿਸ ਪਾਸੇ ਜਾ ਰਿਹਾ। ਅੱਜ ਕਈ ਵਾਰੀ ਅਸੀਂ ਗੌਰ ਕਰਦੇ ਹਾਂ, ਕਈ ਮੋਬਾਈਲ ਤੇ ਪ੍ਰੋਗਰਾਮ ਆਉਂਦੇ ਨੇ ਜਿਨ੍ਹਾਂ ਨੂੰ ਦੇਖਣ ਦੇ ਲਈ ਸਾਡੇ ਕੋਲ ਟਾਈਮ ਹੈਗਾ, ਔਰ ਜਿਹੜਾ ਵਚਨ ਆਉਂਦਾ ਵਾ ਉਹ ਕਈ ਵਾਰ ਅਸੀਂ ਦੇਖਣ ਦੇ ਲਈ ਸਾਡੇ ਕੋਲ ਟਾਈਮ ਨਹੀਂ ਹੁੰਦਾ। ਪਰ ਇੱਕ ਗੱਲ ਤੁਸੀਂ ਯਾਦ ਰੱਖਣੀ ਆ, ਅਗਰ ਸਾਨੂੰ ਬਚਾ ਸਕਦਾ ਕੋਈ ਚੀਜ਼ ਸਾਨੂੰ ਬਚਾ ਸਕਦੀ ਹੈ, ਤੇ ਜਿਹੜੀ ਚੀਜ਼ ਸਾਨੂੰ ਬਚਾ ਸਕਦੀ ਹੈ ਉਹ ਸਿਰਫ ਹੈਗਾ ਵਾ ਖੁਦਾ ਦਾ ਵਚਨ, ਜਿਹੜਾ ਸਾਨੂੰ ਬਚਾ ਸਕਦਾ। ਜਿਹੜੇ ਸਰੀਰਕ ਹਨ ਉਹ ਸਰੀਰ ਦੀਆਂ ਵਸਤਾਂ ਦੇ ਉੱਤੇ ਮਨ ਲਾਉਂਦੇ ਨੇ, ਉਹ ਇਹ ਦੇਖਦੇ ਨੇ ਕਿ ਇਸ ਦੁਨੀਆ ਦੇ ਵਿੱਚ ਰਹਿ ਕੇ ਮੈਂ ਬਹੁਤ ਬੜਾ ਅਮੀਰ ਕਿਵੇਂ ਬਣ ਸਕਣਾ। ਉਹਨਾਂ ਦਾ ਧਿਆਨ ਜਿਹੜਾ ਵਾ ਇਸ ਪਾਸੇ ਲੱਗਾ ਰਹਿੰਦਾ ਕਿ ਮੈਂ ਕਿਵੇਂ ਅਮੀਰ ਬਣ ਸਕਣਾ। ਮੈਂ ਆਪਣੇ ਮਹਿਕਮੇ ਦੇ ਵਿੱਚ, ਚਾਹੇ ਕੋਈ ਵੀ ਮਹਿਕਮਾ ਹੋਵੇ, ਜਾਂ ਆਪਣੇ ਰਿਸ਼ਤੇਦਾਰਾਂ ਵਿੱਚ, ਜਾਂ ਆਪਣੇ ਘਰ ਵਿੱਚ, ਜਾਂ ਆਪਣੇ ਪਰਿਵਾਰ ਵਿੱਚ, ਮੈਂ ਸਭ ਤੋਂ ਜ਼ਿਆਦਾ ਅਮੀਰ ਕਿਵੇਂ ਬਣ ਸਕਣਾ। ਜਾਂ ਕੋਈ ਸੰਤ ਆ, ਮੈਂ ਸੰਤਾਂ ਦੇ ਵਿੱਚ ਸਭ ਤੋਂ ਜ਼ਿਆਦਾ ਅਮੀਰ ਕਿਵੇਂ ਬਣ ਸਕਣਾ। ਕੋਈ ਵਿਸ਼ਵਾਸੀ ਹੈ, ਮੈਂ ਸਾਰੇ ਵਿਸ਼ਵਾਸੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਅਮੀਰ ਕਿਵੇਂ ਬਣ ਸਕਣਾ। ਇੱਕ ਧਨ ਦੌਲਤ ਹੁੰਦਾ ਜਿਹੜਾ ਬਿਨ ਮੰਗੇ ਖੁਦਾ ਦਿੰਦਾ। ਇੱਕ ਧਨ ਦੌਲਤ ਹੁੰਦਾ ਵਾ ਜਿਹਦੀ ਲੋਚ ਦੇ ਵਿੱਚ ਇਨਸਾਨ ਲੱਗਾ ਰਹਿੰਦਾ ਕਿ ਮੈਂ ਇਹਨੂੰ ਕਿਵੇਂ ਪ੍ਰਾਪਤ ਕਰਨਾ, ਜਾਂ ਮੈਂ ਇਹ ਕਿਵੇਂ ਹਾਸਲ ਕਰ ਸਕਣਾ, ਮੈਂ ਬਹੁਤ ਬੜਾ ਅਮੀਰ ਕਿਵੇਂ ਬਣ ਸਕਣਾ। ਦੁਨੀਆ ਦੇ ਵਿੱਚ ਲੋਕਾਂ ਦੇ ਕੋਲੋਂ 50 ਲੱਖ ਦੀ ਗੱਡੀ ਹੈ, ਕਿਸੇ ਕੋਲ 1 ਕਰੋੜ ਦੀ ਹੈ, ਕਿਸੇ ਕੋਲ ਬਾਹਰਲੇ ਦੇਸ਼ ਵਿੱਚੋਂ ਆਈ ਹੈ। ਮੈਂ ਇਹਨਾਂ ਵਰਗੀਆਂ ਗੱਡੀਆਂ ਖਰੀਦਣ ਦੇ ਵਾਸਤੇ, ਅਮੀਰ ਬਣਨ ਵਾਸਤੇ ਕੀ ਕਰਨਾ, ਦੁਨੀਆ ਦੇ ਵਿੱਚ ਪ੍ਰਾਪਰਟੀ ਬਣਾਉਣ ਵਾਸਤੇ, ਜਾਇਦਾਦ ਬਣਾਉਣ ਦੇ ਵਾਸਤੇ, ਜ਼ਮੀਨਾਂ ਖਰੀਦਣ ਦੇ ਵਾਸਤੇ, ਇਹ ਮੈਂ ਕੀ ਕਰਨਾ। ਇਨਸਾਨ ਦਾ ਮਨ ਜਿਹੜਾ ਵਾ ਇਸ ਪਾਸੇ ਲੱਗਾ ਰਹਿੰਦਾ। ਫਿਰ ਕਈ ਵਾਰ ਇਨਸਾਨ ਆਪਣੇ ਮਨ ਦੀ ਇੱਛਾ ਨੂੰ ਪੂਰਾ ਕਰਨ ਵਾਲੇ ਪਾਸੇ ਇਨਸਾਨ ਲੱਗਾ ਰਹਿੰਦਾ। ਇਹ ਮੇਰੇ ਮਨ ਦੀ ਇੱਛਾ ਵਾ, ਇਹ ਮੈਂ ਆਪਣੇ ਮਨ ਦੀ ਇੱਛਾ ਨੂੰ ਕਿਵੇਂ ਪੂਰਾ ਕਰਨਾ, ਇਹ ਮੇਰੀਆਂ ਅੱਖਾਂ ਦੀ ਕਾਮਨਾ, ਨੇਤਰਾਂ ਦੀ ਕਾਮਨਾ, ਇਹ ਜੋ ਮੇਰਾ ਮਨ ਚਾਹੁੰਦਾ, ਜੋ ਮੇਰੀ ਨਜ਼ਰ ਦੇਖਦੀ ਹੈ, ਉਹਨੂੰ ਮੈਂ ਕਿਵੇਂ ਹਾਸਲ ਕਰ ਸਕਣਾ, ਕਿਵੇਂ ਉਹਨੂੰ ਮੈਂ ਪ੍ਰਾਪਤ ਕਰ ਸਕਣਾ, ਜਾਂ ਆਪਣੇ ਮਨ ਦੀ ਮਰਜ਼ੀ ਨੂੰ ਕਿਵੇਂ ਪੂਰਾ ਕਰ ਸਕਣਾ। ਇਨਸਾਨ ਦਾ ਮਨ ਜਿਹੜਾ ਵਾ ਇਸ ਪਾਸੇ ਲੱਗਾ ਰਹਿੰਦਾ। ਪਰ ਅੱਜ ਤੁਸੀਂ ਯਾਦ ਰੱਖੋ, ਜੇ ਸਾਡਾ ਮਨ ਇਸ ਪਾਸੇ ਲੱਗਾ ਰਹਿੰਦਾ, ਫਿਰ ਅਸੀਂ ਸਰੀਰਕ ਹੈ, ਫਿਰ ਅਸੀਂ ਆਤਮਿਕ ਨਹੀਂ ਹਾਂ। ਕਿਉਂਕਿ ਬਾਈਬਲ ਦੀ ਤਾਲੀਮ ਹੈ, ਪ੍ਰਭੂ ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਨੂੰ ਸਿਖਾਇਆ ਸੀ ਕਿ ਜਦੋਂ ਵੀ ਤੁਸੀਂ ਦੁਆ ਕਰਨੀ, ਖੁਦਾ ਕੋਲੋਂ ਮੰਗਣਾ ਕਿ ਇਹ ਖੁਦਾ ਤੂੰ ਸਾਨੂੰ ਰੋਜ਼ ਦੀ ਰੋਟੀ ਦੇ। ਅੱਜ ਦਾ ਸਮਾਂ ਜਿਹੜਾ ਵਾ, ਜਿਸ ਸਮੇਂ ਦੇ ਵਿੱਚੋਂ ਦੀ ਅਸੀਂ ਗੁਜ਼ਰ ਰਹੇ ਹਾਂ, ਕੁਝ ਲੋਕਾਂ ਦੇ ਵਾਸਤੇ ਰੋਜ਼ ਦੀ ਰੋਟੀ ਵੀ ਮਿਲਦੀ ਰਵੇ ਤੇ ਉਹ ਫਿਰ ਵੀ ਰੱਬ ਦੇ ਵਿੱਚ ਖੁਸ਼ ਨੇ ਕਿ ਖੁਦਾ ਇਹਨਾਂ ਦਿਨਾਂ ਦੇ ਵਿੱਚ, ਜਦੋਂ ਲੋਕਡਾਊਨ ਦੇ ਦਿਨ ਨੇ, ਮਹਾਂਮਾਰੀ ਬਿਮਾਰੀ ਦੀ ਹਾਲਾਤ ਦੇ ਵਿੱਚ, ਇਹ ਲੋਕ ਜਿਹੜੇ ਇਸ ਬਿਮਾਰੀ ਦੇ ਵਿੱਚੋਂ ਦੀ ਗੁਜ਼ਰ ਰਹੇ ਨੇ, ਉਹਨਾਂ ਲੋਕਾਂ ਦੇ ਵਾਸਤੇ ਇਹ ਵੀ ਬੜੀ ਵੱਡੀ ਚੀਜ਼ ਹੈ ਕਿ ਖੁਦਾ ਸਾਨੂੰ ਰੋਜ਼ ਦੀ ਰੋਟੀ ਦੇ ਰਿਹਾ। ਆਪਣੇ ਆਪ ਨੂੰ ਸਿਰਫ ਇੱਥੋਂ ਤੱਕ ਹੀ ਰੱਖਣਾ, ਇਹਦੋਂ ਅੱਗੇ ਨਹੀਂ ਲੈ ਕੇ ਜਾਣਾ, ਕਿਉਂਕਿ ਸਾਨੂੰ ਇਹਨਾਂ ਚੀਜ਼ਾਂ ਨੂੰ ਲੋਚਣ ਦੀ ਲੋੜ ਨਹੀਂ ਹੈ। ਇਹਨਾਂ ਚੀਜ਼ਾਂ ਨੂੰ ਦੁਨੀਆ ਦੇ ਲੋਕ ਲੋਚਦੇ ਨੇ, ਇਹਨਾਂ ਚੀਜ਼ਾਂ ਨੂੰ ਸਰੀਰਕ ਲੋਕ ਲੋਚਦੇ ਨੇ। ਦੁਨੀਆ ਦੇ ਲੋਕ ਵੀ ਇਹੀ ਚੀਜ਼ਾਂ ਦੇ ਪਿੱਛੇ ਚੱਲਦੇ ਨੇ, ਅਸੀਂ ਵੀ ਇਹਨਾਂ ਚੀਜ਼ਾਂ ਦੇ ਪਿੱਛੇ ਚੱਲਦੇ ਹਾਂ। ਅੱਜ ਤੁਸੀਂ ਯਾਦ ਰੱਖੋ, ਸਾਡੇ ਵਿੱਚ ਔਰ ਦੁਨੀਆ ਦੇ ਲੋਕਾਂ ਦੇ ਵਿੱਚ ਕੀ ਫਰਕ ਹੈ, ਕੀ ਫਰਕ ਹੋਣਾ ਚਾਹੀਦਾ ਜਾਂ ਨਹੀਂ। ਧਰਮੀ ਤੇ ਇੱਕ ਧਰਮੀ ਵਿੱਚ ਫਰਕ ਹੋਣਾ ਚਾਹੀਦਾ ਜਾਂ ਨਹੀਂ। ਇੱਕ ਸੰਸਾਰ ਦੇ ਅੰਦਰ ਇਨਸਾਨ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਨਹੀਂ ਕਰਦਾ, ਉਹਦੇ ਵਿੱਚ ਤੇ ਵਿਸ਼ਵਾਸ ਕਰਨ ਵਾਲੇ ਦੇ ਵਿੱਚ ਫਰਕ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ। ਇਹ ਤੁਸੀਂ ਆਪਣੀ ਜ਼ਿੰਦਗੀ ਤੇ ਗੌਰ ਕਰਨੀ ਆ। ਜੇ ਦੁਨੀਆ ਦੇ ਲੋਕ ਇਸ ਦੌੜ ਵਿੱਚ ਲੱਗੇ ਨੇ, ਅਸੀਂ ਕਿਉਂ ਲੱਗੇ। ਕਈ ਵਾਰ ਮੈਂ ਤੁਹਾਨੂੰ ਦੱਸ ਚੁੱਕਾ, ਇਹ ਉਦਾਹਰਨ ਮੈਂ ਕਈ ਵਾਰ ਦੇ ਚੁੱਕਾ ਕਿ ਪ੍ਰਭੂ ਯਿਸੂ ਮਸੀਹ ਨੇ ਇੱਕ ਉਦਾਹਰਨ ਦਿੱਤੀ। ਇੱਕ ਆਦਮੀ ਸੀ ਜਿਹਦਾ ਖੇਤ ਬਹੁਤ ਫਲਿਆ, ਔਰ ਜਦੋਂ ਉਹਦਾ ਖੇਤ ਬਹੁਤ ਫਲਿਆ ਤੇ ਫਿਰ ਉਹਦਾ ਮਨ ਇਸ ਪਾਸੇ ਲੱਗ ਗਿਆ ਕਿ ਮੈਂ ਆਪਣੇ ਮਕਾਨ ਢਾਹ ਕੇ ਵੱਡੇ ਵੱਡੇ ਮਕਾਨ ਬਣਾਵਾਂਗਾ,
ਫਿਰ ਉਹ ਆਪਣੀ ਜਾਨ ਨੂੰ ਕਹਿਣ ਲੱਗਾ, ਤੂੰ ਖਾ, ਤੇਰੇ ਕੋਲੋਂ ਕਦੀ ਮੁੱਕੇਗਾ ਨਹੀਂ। ਉਸ ਨੂੰ ਸਵਾਲ ਹੋਇਆ, ਖੁਦਾ ਨੇ ਪੁੱਛਿਆ, ਅੱਜ ਤੇਰੀ ਜਾਨ ਲੈ ਲਈ ਜਾਵੇ, ਇਹ ਦੱਸ ਸਾਰਾ ਕੁਝ ਕਿਹਦਾ ਹੋਵੇਗਾ। ਅੱਜ ਵੀ ਤੁਸੀਂ ਯਾਦ ਰੱਖਣਾ, ਸੰਸਾਰ ਦੀਆਂ ਚੀਜ਼ਾਂ ਸੰਸਾਰ ਦੇ ਵਿੱਚ ਰਹਿ ਜਾਣਗੀਆਂ, ਆਤਮਾ ਦੀਆਂ ਚੀਜ਼ਾਂ, ਆਤਮਾ ਦੀਆਂ ਬਰਕਤਾਂ ਇਨਸਾਨ ਦੇ ਨਾਲ ਜਾਣਗੀਆਂ। ਇਸ ਵਾਸਤੇ ਇਹਨਾਂ ਚੀਜ਼ਾਂ ਤੇ ਮਨ ਨਹੀਂ ਲਾਉਣਾ, ਕਿਉਂਕਿ ਅਸੀਂ ਸਰੀਰਕ ਨਹੀਂ ਹੈ। ਜਦੋਂ ਅਸੀਂ ਪੈਦਾ ਹੋਏ, ਗੁਨਾਹ ਦੇ ਵਿੱਚ ਪੈਦਾ ਹੋਏ, ਪ੍ਰਭੂ ਯਿਸੂ ਮਸੀਹ ਨੂੰ ਕਬੂਲ ਕਰਨ ਤੱਕ, ਗ੍ਰਹਿਣ ਕਰਨ ਤੱਕ ਅਸੀਂ ਸਰੀਰਕ ਸੀ, ਪਰ ਹੁਣ ਅਸੀਂ ਸਰੀਰਕ ਨਹੀਂ ਰਹੇ, ਕਿਉਂਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਖੁਦਾ ਦਾ ਕਲਾਮ ਸਿੱਖਿਆ। ਇਹ ਸਰੀਰ ਦੀਆਂ ਕਾਮਨਾ ਨੂੰ ਅਸੀਂ ਮਾਰ ਦਿੱਤਾ, ਇਹਨਾਂ ਨੂੰ ਅਸੀਂ ਖਤਮ ਕਰ ਦਿੱਤਾ ਵਾ। ਹੁਣ ਅਸੀਂ ਸਰੀਰ ਦੇ ਦੁਆਰਾ ਨਹੀਂ ਚੱਲਦੇ, ਅਸੀਂ ਆਤਮਾ ਦੇ ਦੁਆਰਾ ਚੱਲਦੇ ਆ। ਇਸ ਵਾਸਤੇ ਅੱਜ ਅਸੀਂ ਆਪਣੇ ਆਪ ਦੀ ਪਰਖ ਕਰਨੀ ਆ, ਆਪਣੇ ਮਨ ਨੂੰ ਦੇਖਣਾ ਵਾ ਕਿ ਸਾਡਾ ਮਨ ਸੰਸਾਰ ਦੀਆਂ ਚੀਜ਼ਾਂ ਉੱਪਰ ਲੱਗਾ ਵਾ ਜਾਂ ਸਾਡਾ ਮਨ ਖੁਦਾ ਦੀ ਆਤਮਾ ਦੀਆਂ ਚੀਜ਼ਾਂ ਦੇ ਵਿੱਚ ਜਾਂ ਉਹਦੇ ਵਚਨ ਦੇ ਵਿੱਚ ਲੱਗਾ ਵਾ। ਇਹ ਅਸੀਂ ਆਪਣੀ ਜ਼ਿੰਦਗੀ ਦੇ ਉੱਤੇ ਅੱਜ ਇਸ ਨੂੰ ਗੌਰ ਕਰਨਾ, ਕਿਉਂਕਿ ਲਿਖਿਆ ਕਿ ਜਿਹੜੇ ਸਰੀਰਕ ਨੇ ਉਹਨਾਂ ਦਾ ਮਨ ਸਰੀਰਕ ਵਸਤੂਆਂ ਉੱਤੇ, ਪਰ ਜਿਹੜੇ ਆਤਮਿਕ ਨੇ ਉਹਨਾਂ ਦਾ ਮਨ ਆਤਮਾ ਦੀਆਂ ਵਸਤਾਂ ਉੱਤੇ ਲੱਗਾ ਹੁੰਦਾ। ਉਹ ਹਰ ਵਕਤ ਇਹ ਸੋਚਦੇ ਨੇ ਮੇਰੀਆਂ ਕਮੀਆਂ ਕਿੱਦਾਂ ਦੂਰ ਹੋਣਗੀਆਂ, ਕਿਉਂਕਿ ਉਹਨਾਂ ਨੂੰ ਖੁਦਾ ਨੇ ਇੱਕ ਸਮਝ ਦਿੱਤੀ ਹੁੰਦੀ ਹੈ। ਖੁਦਾ ਦਾ ਰੂਹ ਉਹਨਾਂ ਨੂੰ ਸਮਝਾਉਂਦਾ ਵਾ, ਅਗਰ ਇਹ ਤੇਰੇ ਵਿੱਚ ਕਮੀਆਂ ਰਹਿਣਗੀਆਂ ਤੇ ਇਹ ਕਮੀਆਂ ਇੱਕ ਦਿਨ ਤੈਨੂੰ ਪ੍ਰਭੂ ਯਿਸੂ ਮਸੀਹ ਦੀ ਆਮਦ ਤੋਂ ਦੂਰ ਕਰ ਦੇਣਗੀਆਂ। ਇਸ ਵਾਸਤੇ ਉਹਦਾ ਮਨ ਜਿਹੜਾ ਵਾ ਉਹ ਇਸ ਪਾਸੇ ਲੱਗਾ ਰਹਿੰਦਾ ਕਿ ਮੇਰੀਆਂ ਕਮੀਆਂ ਜਿਹੜੀਆਂ ਕਿੱਦਾਂ ਦੂਰ ਹੋਣਗੀਆਂ। ਇੱਕ ਇਨਸਾਨ ਹੈ ਜਿਹੜਾ ਆਤਮਿਕ ਆ, ਉਹਦਾ ਮਨ ਇਸ ਪਾਸੇ ਲੱਗਾ ਰਹਿੰਦਾ ਕਿ ਇਹ ਖੁਦਾ ਮੇਰੇ ਵਿੱਚੋਂ ਇਹਨਾਂ ਕਮੀਆਂ ਨੂੰ ਦੂਰ ਕਿਵੇਂ ਕਰੇਗਾ, ਇਹ ਮੇਰੀਆਂ ਆਦਤਾਂ ਕਿਵੇਂ ਬਦਲਣਗੀਆਂ, ਇਹ ਮੇਰਾ ਸੁਭਾਅ ਕਿੱਦਾਂ ਬਦਲੇਗਾ। ਉਹਦਾ ਮਨ ਦੁਨੀਆ ਦੀਆਂ ਚੀਜ਼ਾਂ ਵਾਲੇ ਪਾਸੇ ਨਹੀਂ ਜਾਂਦਾ, ਉਹਦਾ ਮਨ ਇਸ ਪਾਸੇ ਜਾਂਦਾ ਕਿ ਮੈਂ ਕਿਵੇਂ ਕਾਮਲ ਬਣਨਾ, ਕਿਵੇਂ ਪੂਰਾ ਬਣਨਾ ਵਾ, ਕਿਵੇਂ ਪਵਿੱਤਰ ਬਣਨਾ ਵਾ, ਕਿੱਦਾਂ ਇਹ ਸਰੀਰ ਤੇ ਆਤਮਾ ਦੀ ਮਲੀਨਤਾਈ ਤੋਂ ਮੈਂ ਸ਼ੁੱਧ ਹੋਣਾ ਵਾ। ਅੱਜ ਆਪਣੇ ਮਨ ਨੂੰ ਦੇਖਣਾ, ਸਾਡਾ ਮਨ ਜਿਹੜਾ ਵਾ ਕਿਸ ਪਾਸੇ ਲੱਗਾ ਵਾ। ਜਿਹੜੇ ਆਤਮਿਕ ਨੇ ਉਹ ਖੁਦਾ ਦੇ ਕਲਾਮ ਨੂੰ ਸੁਣਦੇ ਨੇ, ਆਪਣਾ ਮਨ ਖੁਦਾ ਦੇ ਵਚਨ ਉੱਤੇ ਲਾਉਂਦੇ ਨੇ, ਉਹਨਾਂ ਦਾ ਧਿਆਨ ਖੁਦਾ ਦੇ ਵਚਨ ਵਿੱਚ ਲੱਗਾ ਰਹਿੰਦਾ। ਉਹਨਾਂ ਨੂੰ ਹੁੰਦਾ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਖੁਦਾ ਦਾ ਕਲਾਮ ਪੜ੍ਹੀਏ ਤਾਂ ਕਿ ਅਸੀਂ ਸਮਝੀਏ, ਅਸੀਂ ਪ੍ਰਭੂ ਯਿਸੂ ਮਸੀਹ ਦੀ ਆਮਦ ਦੇ ਵਾਸਤੇ ਤਿਆਰ ਹੋਈਏ। ਜਿਹੜਾ ਇਨਸਾਨ ਆਤਮਿਕ ਹੁੰਦਾ, ਆਤਮਿਕ ਇਨਸਾਨ ਜਿਹੜਾ ਵਾ, ਇਹਦੀ ਇਹੀ ਪਹਿਚਾਣ ਨਹੀਂ ਹੁੰਦੀ ਕਿ ਪਰਾਈ ਪੱਖ ਹੈ। ਖੁਦਾ ਮਾਫ ਕਰੇ, ਪਵਿੱਤਰ ਆਤਮਾ ਜਿਸ ਦੇ ਅੰਦਰ ਹੋਵੇਗਾ ਉਹ ਪਰਾਈ ਭਾਖਿਆ ਬੋਲੇਗਾ। ਪਰ ਇਹ ਪਰਾਈ ਭਾਖਿਆ ਜਿਹੜੀ ਆ, ਇਹੀ ਨਹੀਂ ਹੈ ਕਿ ਅਸੀਂ ਪਰਾਈ ਭਾਖਿਆ ਬੋਲ ਲਈ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡੇ ਵਿੱਚ ਖੁਦਾ ਦਾ ਆਤਮਾ। ਇਹ ਪਰਾਈ ਭਾਖਿਆ ਜਿਹੜੀ ਹੈ, ਆਮ ਲੋਕ ਇਹਨੂੰ ਸਮਝ ਹੀ ਨਹੀਂ ਸਕਦੇ। ਤੁਸੀਂ ਕਿਸੇ ਵੀ ਤਰੀਕੇ ਬੋਲੀ ਜਾਓ ਤੇ ਆਮ ਇਨਸਾਨ ਇਹਨੂੰ ਸਮਝ ਨਹੀਂ ਸਕਦਾ। ਕੋਈ ਇਨਸਾਨ ਹੁੰਦਾ ਜਿਹੜਾ ਇਹਨੂੰ ਸਮਝ ਸਕਦਾ। ਇਸ ਵਾਸਤੇ ਪਵਿੱਤਰ ਆਤਮਾ ਦੀ ਪਹਿਚਾਨ ਸਿਰਫ ਪਰਾਈ ਭਾਖਿਆ ਹੀ ਨਹੀਂ ਹੈ। ਪਵਿੱਤਰ ਆਤਮਾ ਦੀ ਪਹਿਚਾਨ ਇਹ ਹੈ ਕਿ ਜਿਹੜਾ ਆਤਮਿਕ ਹੈ, ਜਿਹੜਾ ਇਨਸਾਨ ਆਤਮਿਕ ਹੋਵੇਗਾ, ਉਹਦਾ ਮਨ ਆਤਮਿਕ ਚੀਜ਼ਾਂ ਦੇ ਵਿੱਚ ਲੱਗਾ ਰਹੇਗਾ, ਖੁਦਾ ਦੀ ਸੰਗਤ ਦੇ ਵਿੱਚ ਲੱਗੇ ਰਹੇਗਾ। ਉਹਦਾ ਦੁਨੀਆ ਦੇ ਵਿੱਚ ਮਨ ਨਹੀਂ ਲੱਗੇਗਾ, ਉਹਦਾ ਸਰੀਰਕ ਚੀਜ਼ਾਂ ਦੇ ਨਾਲ ਮਨ ਨਹੀਂ ਲੱਗੇਗਾ। ਕਿਉਂਕਿ ਪਹਿਲੀ ਪਹਿਚਾਨ ਹੁੰਦੀ ਹੈ ਜਿਹੜੇ ਲੋਕ ਯਿਸੂ ਮਸੀਹ ਦੇ ਨਾਲ ਮਿਲੇ ਸਨ, ਪ੍ਰਭੂ ਯਿਸੂ ਮਸੀਹ ਦੇ ਸ਼ਾਗਿਰਦ, ਉਹਨਾਂ ਨੇ ਸਾਰਾ ਕੁਝ ਛੱਡ ਕੇ ਤੇ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚਲੇ ਗਏ ਸੀ। ਤੇ ਉਹ ਫਿਰ ਪਤਰਸ ਨੇ ਯਿਸੂ ਮਸੀਹ ਨੂੰ ਕਿਹਾ ਸੀ, ਅਸੀਂ ਸਾਰਾ ਕੁਝ ਛੱਡ ਕੇ ਤੇਰੇ ਪਿੱਛੇ ਆਏ ਹਾਂ, ਸਾਨੂੰ ਕੀ ਮਿਲੇਗਾ। ਅੱਜ ਵੀ ਤੁਸੀਂ ਯਾਦ ਰੱਖੋ, ਆਤਮਿਕ ਬਣੋ। ਤੁਹਾਡਾ ਮਨ ਦੁਆ ਪ੍ਰਾਰਥਨਾ ਕਰਨ ਵਿੱਚ ਲੱਗਾ ਰਹੇ। ਕਈ ਵਾਰੀ ਤੁਸੀਂ ਕੋਸ਼ਿਸ਼ ਕਰਦੇ ਹੋ, ਅੱਜ ਮੈਂ ਸਾਰੀ ਰਾਤ ਦੁਆ ਕਰਨੀ ਆ, ਉਹ ਤੁਹਾਡੇ ਕੋਲੋਂ ਨਹੀਂ ਹੁੰਦੀ। ਅੱਜ ਮੈਂ 1 ਘੰਟਾ ਦੁਆ ਕਰਨੀ ਆ, ਉਹ ਤੁਹਾਡੇ ਕੋਲੋਂ ਨਹੀਂ ਹੁੰਦੀ। ਅੱਜ ਮੈਂ ਅੱਧਾ ਘੰਟਾ ਦੁਆ ਕਰਨੀ ਆ, ਉਹ ਤੁਹਾਡੇ ਕੋਲੋਂ ਨਹੀਂ ਹੁੰਦੀ। ਹੁਣ ਮੈਂ ਇਸ ਤਰ੍ਹਾਂ ਨਹੀਂ ਕਰਨਾ, ਮੈਂ ਇਸ ਤਰ੍ਹਾਂ ਕਰਨਾ, ਪਰ ਤੁਹਾਡੇ ਕੋਲੋਂ ਹੁੰਦਾ ਨਹੀਂ ਹੈ। ਇਸ ਵਾਸਤੇ ਆਪਣੀ ਜ਼ਿੰਦਗੀ ਤੇ ਗੌਰ ਕਰੋ, ਆਤਮਿਕ ਬਣੋ। ਪਹਿਲੀ ਗੱਲ ਜੋ ਅਸੀਂ ਸਿੱਖੀ ਆ ਉਹ ਇਹ ਹੈ ਕਿ ਜਿਹਦਾ ਦੁਨੀਆ ਦੀਆਂ ਚੀਜ਼ਾਂ ਉੱਤੇ, ਸਰੀਰਕ ਚੀਜ਼ਾਂ ਉੱਤੇ ਮਨ ਲੱਗਾ ਹੁੰਦਾ, ਉਹ ਇਨਸਾਨ ਸਰੀਰਕ ਹੈ। ਇਹ ਬਾਈਬਲ ਕਹਿੰਦੀ ਆ। ਅਗਰ ਕੋਈ ਤੁਹਾਨੂੰ ਕਵੇ ਨਹੀਂ 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 ਤੁਸੀਂ ਸਰੀਰਕ ਨਹੀਂ ਹੋ, ਪਰ ਇਹ ਬਾਈਬਲ ਦੇ ਵਿੱਚ ਜੋ ਲਿਖਿਆ ਇੱਕ ਬਿੰਦੀ ਵੀ ਟਲ ਨਹੀਂ ਸਕਦੀ। ਅਗਰ ਸਾਡਾ ਮਨ ਸਰੀਰਕ ਚੀਜ਼ਾਂ ਦੇ ਉੱਪਰ ਲੱਗਾ ਰਹਿੰਦਾ,
ਇਹਦੇ ਬਾਰੇ ਮੈਂ ਕੀ ਕਹਾਂ, ਪਰ ਮੇਰਾ ਮਨ ਨਹੀਂ ਕਰਦਾ ਕਹਿਣ ਨੂੰ। ਸਰੀਰਕ ਚੀਜ਼ਾਂ ਦੇ ਵਿੱਚ ਹਰ ਚੀਜ਼ ਆਉਂਦੀ ਹੈ। ਦੁਨੀਆ ਦੇ ਗੁਨਾਹ ਸਾਰੇ ਸਰੀਰਕ ਚੀਜ਼ਾਂ ਵਿੱਚ ਆਉਂਦੇ ਨੇ। ਆਰਾਮਕਾਰੀ, ਅੱਖਾਂ ਦੀ ਅਭਿਲਾਸ਼ਾ, ਮਨ ਦੀ ਇੱਛਾ, ਮਨ ਦੀਆਂ ਬੁਰੀਆਂ ਸੋਚਾਂ, ਇਹ ਸਾਰਾ ਕੁਝ ਇਸੇ ਚੀਜ਼ ਵਿੱਚ ਆਉਂਦਾ। ਪਰ ਇੱਧਰ ਮਨ ਨਹੀਂ ਲਾਉਣਾ, ਕਿਉਂਕਿ ਲਿਖਿਆ ਜਿਹੜੇ ਸਰੀਰਕ ਨੇ ਉਹ ਸਰੀਰ ਦੀਆਂ ਵਸਤਾਂ ਉੱਤੇ ਮਨ ਲਾਉਂਦੇ ਨੇ। ਪਰ ਤੁਸੀਂ ਇਹ ਗੌਰ ਕਰਨੀ ਆ ਕਿ ਅਸੀਂ ਯਿਸੂ ਮਸੀਹ ਦੇ ਨਾਲ ਮਿਲ ਚੁੱਕੇ ਹਾਂ, ਅਸੀਂ ਉਹਨੂੰ ਆਪਣਾ ਮੁਕਤੀ ਦਾਤਾ ਗ੍ਰਹਿਣ ਕੀਤਾ ਵਾ, ਉਹਦੇ ਦੁਆਰਾ ਅਸੀਂ ਮੁਕਤੀ ਪਾਈ ਆ। ਇਸ ਵਾਸਤੇ ਹੁਣ ਅਸੀਂ ਸਰੀਰਕ ਨਹੀਂ ਸਗੋਂ ਆਤਮਿਕ ਹੈ। ਪਰ ਜਿਹੜੇ ਲਿਖਿਆ ਕਿ ਆਤਮਿਕ ਨੇ, ਦੂਸਰੀ ਗੱਲ ਲਿਖੀ ਆ ਜਿਹੜੇ ਆਤਮਿਕ ਨੇ ਉਹ ਆਤਮਾ ਦੀਆਂ ਵਸਤੂਆਂ ਉੱਤੇ ਮਨ ਲਾਉਂਦੇ ਨੇ। ਤੀਸਰੀ ਗੱਲ 6 ਆਇਤ ਵਿੱਚ ਲਿਖਿਆ, ਕਿਉਂ ਜੋ ਸਰੀਰਕ ਮਨਸਾ ਮੌਤ ਆ, ਆਤਮਿਕ ਮਨਸਾ ਜੀਵਨ ਹੈ। ਤੀਸਰੀ ਗੱਲ ਸਰੀਰਕ ਮਨਸਾ ਮੌਤ ਹੈ। ਚੌਥੀ ਗੱਲ ਆਤਮਿਕ ਮਨਸ਼ਾ ਜੀਵਨ ਅਤੇ ਸ਼ਾਂਤੀ ਹੈ। ਅੱਜ ਵੀ ਤੁਸੀਂ ਯਾਦ ਰੱਖੋ, ਕਈ ਵਾਰੀ ਇਨਸਾਨ ਦਾ ਕਾਰੋਬਾਰ ਵੱਧਦਾ, ਇਨਸਾਨ ਕੋਲੋਂ ਧਨ ਦੌਲਤ ਵੱਧਦਾ, ਉਹਦੇ ਨਾਲ ਨਾਲ ਉਹਦੀਆਂ ਟੈਨਸ਼ਨਾਂ ਵੱਧਦੀਆਂ ਜਾਂਦੀਆਂ, ਨਾਲ ਨਾਲ ਉਹਦੇ ਫਿਕਰ ਵੱਧਦੇ ਜਾਂਦੇ ਨੇ, ਨਾਲ ਨਾਲ ਉਹਦੀ ਚਿੰਤਾ ਵੱਧਦੀ ਜਾਂਦੀ ਹੈ। ਪਹਿਲੇ ਮੇਰੇ ਕੋਲ ਕੁਝ ਵੀ ਨਹੀਂ ਸੀ, ਖੁਦਾ ਮੈਨੂੰ ਹਜ਼ਾਰਾਂ ਵਿੱਚ ਲੈ ਕੇ ਆਇਆ, ਹੁਣ ਮੈਂ ਲੱਖਾਂ ਵਿੱਚ ਹੋ ਗਿਆ, ਹੁਣ ਮੈਂ ਕਰੋੜਾਂ ਵਿੱਚ ਕਿੱਦਾਂ ਹੋਣਾ, ਹੁਣ ਮੈਂ ਅਰਬਪਤੀ ਕਿੱਦਾਂ ਬਣਨਾ ਵਾ। ਪਹਿਲੇ ਮੇਰੇ ਕੋਲ ਕੁਝ ਨਹੀਂ ਸੀ, ਹੁਣ ਮੇਰਾ ਗੁਜ਼ਾਰਾ ਕਿੱਦਾਂ ਹੋਣਾ, ਮੇਰੇ ਬੱਚਿਆਂ ਦਾ ਕਿਵੇਂ ਹੋਣਾ, ਮੇਰੇ ਬੱਚਿਆਂ ਦੇ ਬੱਚਿਆਂ ਦਾ ਕਿੱਦਾਂ ਹੋਣਾ। 7ਵੀਂ ਪੀੜ੍ਹੀ ਤੱਕ ਇਨਸਾਨ ਦੀ ਸੋਚ ਜਿਹੜੀ ਆ ਇਹ ਲੱਗੀ ਰਹਿੰਦੀ। ਪਰ ਅੱਜ ਤੁਸੀਂ ਯਾਦ ਰੱਖੋ, ਸਰੀਰਕ ਮਨਸ਼ਾ ਜਿਹੜੀ ਆ ਇਹ ਮੌਤ ਹੈ, ਇਹ ਜੀਵਨ ਨਹੀਂ ਹੈ। ਜੇ ਸਾਡਾ ਮਨ ਸਰੀਰਕ ਮਨਸ਼ਾ ਦੇ ਵਿੱਚ ਲੱਗਾ, ਉਹ ਸਾਡਾ ਮਨ ਲੱਗਾ ਵਾ ਸਰੀਰਕ ਚੀਜ਼ਾਂ ਦੇ ਉੱਪਰ, ਉਹਦੇ ਨਾਲ ਅਸੀਂ ਹਰ ਤਵਾਰ ਸੰਗਤ ਵੀ ਕਰੀਏ, ਅਸੀਂ ਦਾਨ ਵੀ ਕਰੀਏ, ਅਸੀਂ ਕੁਝ ਵੀ ਸਾਡੀ ਜ਼ਿੰਦਗੀ ਦੇ ਵਿੱਚ ਹੋਵੇ, ਕਿੰਨੀ ਵੀ ਸਾਡੇ ਸੰਤ ਇਹ ਸਾਨੂੰ ਗਰੰਟੀ ਦੇ ਰਹੇ ਨੇ ਤੁਸੀਂ ਆਤਮਿਕ ਬਣ ਚੁੱਕੇ। ਪਰ ਇੱਕ ਗੱਲ ਯਾਦ ਰੱਖੋ, ਤੁਸੀਂ ਆਤਮਿਕ ਨਹੀਂ। ਇਹ ਤੁਹਾਡਾ ਸਾਰਾ ਕੁਝ ਕੀਤਾ ਬੇਫਾਇਦਾ ਚਲਾ ਜਾਵੇਗਾ, ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਜਿਨ੍ਹਾਂ ਦਾ ਸਰੀਰਕ ਵਸਤਾਂ ਉੱਤੇ ਮਨ ਲੱਗਾ ਵਾ, ਜਦੋਂ ਪ੍ਰਭੂ ਯਿਸੂ ਮਸੀਹ ਆਵੇਗਾ ਤੇ ਉਹ ਕਹਿਣਗੇ, ਹੇ ਪ੍ਰਭੂ, ਅਸੀਂ ਤੇਰਾ ਨਾਮ ਲੈ ਕੇ ਬਦਰੂਆਂ ਵੀ ਕੱਢੀਆਂ, ਬਿਮਾਰ ਵੀ ਚੰਗੇ ਕੀਤੇ, ਅਗੰਮ ਵਾਕ ਵੀ ਕੀਤਾ। ਪਰ ਉਹ ਸਾਫ਼ ਕਹੇਗਾ, ਮੇਰੇ ਕੋਲੋਂ ਚਲੇ ਜਾਓ, ਕਿਉਂਕਿ ਮੈਂ ਤੁਹਾਨੂੰ ਜਾਣਦਾ ਨਹੀਂ ਹਾਂ, ਕਿਉਂਕਿ ਤੁਸੀਂ ਪਿਤਾ ਦੀ ਮਰਜ਼ੀ ਨੂੰ ਪੂਰਾ ਨਹੀਂ ਕੀਤਾ। ਪਿਤਾ ਦੀ ਮਰਜ਼ੀ ਹੈ ਤੁਸੀਂ ਆਤਮਿਕ ਬਣੋ, ਇਸ ਵਾਸਤੇ ਸਰੀਰਕ ਮਨਸ਼ਾ ਮੌਤ ਹੈ। ਚੌਥੀ ਗੱਲ ਲਿਖੀ ਹੈ ਕਿ ਆਤਮਿਕ ਮਨਸ਼ਾ ਜੀਵਨ ਅਤੇ ਸ਼ਾਂਤੀ ਹੈ। ਅੱਜ ਵੀ ਤੁਸੀਂ ਯਾਦ ਰੱਖੋ, ਖੁਦਾ ਤੁਹਾਨੂੰ ਜੀਵਨ ਦੇਣਾ ਚਾਹੁੰਦਾ, ਖੁਦਾ ਤੁਹਾਨੂੰ ਸਦਾ ਦਾ ਜੀਵਨ ਦੇਣਾ ਚਾਹੁੰਦਾ, ਖੁਦਾ ਇਸ ਦੁਨੀਆ ਦੇ ਵਿੱਚ ਰੱਖ ਕੇ ਤੁਹਾਨੂੰ ਹਰ ਬਵਾ ਤੋਂ ਬਚਾਉਣਾ ਚਾਹੁੰਦਾ, ਖੁਦਾ ਇਸ ਦੁਨੀਆ ਦੇ ਵਿੱਚ ਇਹ ਸਰੀਰ ਵਿੱਚ ਰੱਖ ਕੇ ਤੁਹਾਨੂੰ ਆਪਣੇ ਬੇਟੇ ਪ੍ਰਭੂ ਯਿਸੂ ਮਸੀਹ ਦੀ ਆਮਦ ਦੇ ਵਾਸਤੇ ਤਿਆਰ ਕਰਨਾ ਚਾਹੁੰਦਾ। ਖੁਦਾ ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰਨਾ ਚਾਹੁੰਦਾ। ਖੁਦਾ ਚਾਹੁੰਦਾ ਕਿ ਤੁਸੀਂ ਆਤਮਿਕ ਬਣੋ ਔਰ ਤੁਸੀਂ ਜੀਵਨ ਪਾਵੋ, ਕਿਉਂਕਿ ਜੀਵਨ ਜਿਹੜਾ ਵਾ ਉਹ ਖੁਦਾ ਦੇ ਆਤਮਾ ਦੇ ਵਿੱਚ ਆ, ਔਰ ਜੀਵਨ ਜਿਹੜਾ ਵਾ ਉਹ ਪ੍ਰਭੂ ਯਿਸੂ ਮਸੀਹ ਹੈ। ਜੀਵਨ ਖੁਦਾ ਦਾ ਕਲਾਮ ਆ, ਜੀਵਨ ਆਤਮਾ ਦੀਆਂ ਗੱਲਾਂ ਨੇ, ਆਤਮਾ ਦਾ ਵਚਨ ਆ। ਇਸ ਵਾਸਤੇ ਜਿਹੜੇ ਆਤਮਿਕ ਨੇ ਉਹ ਆਤਮਾ ਦੀਆਂ ਵਸਤਾਂ ਉੱਤੇ ਮਨ ਲਾਉਂਦੇ ਨੇ, ਕਿਉਂਕਿ ਜਿਹੜੇ ਆਤਮਿਕ ਨੇ ਜਾਂ ਆਤਮਿਕ ਮਨਸ਼ਾ ਜਿਹੜੀ ਹੈ ਇਹ ਜੀਵਨ ਤੇ ਇੱਕ ਸ਼ਾਂਤੀ ਹੈ। ਸੱਚੀ ਸ਼ਾਂਤੀ ਜਿਹੜੀ ਹੈ ਇਹ ਤੁਹਾਨੂੰ ਪਰਮੇਸ਼ਰ ਕੋਲੋਂ ਪ੍ਰਾਪਤ ਹੋਵੇਗੀ। ਕਿਸੇ ਵੀ ਚੀਜ਼ ਦੇ ਅੰਦਰ ਸ਼ਾਂਤੀ ਨਹੀਂ ਆ। ਬੜੇ ਬੜੇ ਦੁਨੀਆ 'ਚ ਧਨੀ ਲੋਕ ਨੇ ਜਿਹੜੇ ਦੁਖੀ ਨੇ। ਅੱਜ ਕਿੰਨੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਦੁਖੀ ਨੇ, ਕਿੰਨੇ ਦੇਸ਼ਾਂ ਦੇ ਲੋਕ ਜਿਹੜੇ ਨੇ ਉਹ ਦੁਖੀ ਨੇ। ਅੱਜ ਤੁਸੀਂ ਇਸ ਚੀਜ਼ ਨੂੰ ਯਾਦ ਰੱਖੋ, ਕਿੱਡੇ ਵੱਡੇ ਅਹੁਦੇ ਤੇ ਉਹ ਚਲੇ ਗਏ, ਫਿਰ ਵੀ ਉਹ ਦੁਖੀ ਨੇ। ਅੱਜ ਗਰੀਬ ਤੋਂ ਗਰੀਬ ਇਨਸਾਨ ਵੀ ਜਿਹਨੇ ਪ੍ਰਭੂ ਯਿਸੂ ਮਸੀਹ ਨੂੰ ਗ੍ਰਹਿਣ ਕੀਤਾ, ਖੁਦਾ ਉਹਨੂੰ ਇੱਕ ਸਾਦੀ ਰੋਟੀ ਇੱਕ ਵੀ ਦੇ ਦੇ ਕਿ ਉਹ ਰੱਬ ਦਾ ਸ਼ੁਕਰ ਕਰਕੇ ਖਾਂਦਾ, ਕਿ ਉਹਦੇ ਮਨ ਦੇ ਅੰਦਰ ਸ਼ਾਂਤੀ ਆ, ਕਿਉਂਕਿ ਉਹਦਾ ਮਿਲਾਪ ਜਿਹੜਾ ਵਾ ਸ਼ਾਂਤੀ ਦਾਤਾ ਨਾਲ ਹੋ ਚੁੱਕਾ ਵਾ। ਉਹਦਾ ਮਨ ਜਿਹੜਾ ਵਾ ਆਤਮਿਕ ਚੀਜ਼ਾਂ ਦੇ ਵਿੱਚ ਲੱਗਾ ਵਾ। ਆਤਮਿਕ ਮਨਸ਼ਾ ਜਿਹੜੀ ਹੈ ਇਹ ਜੀਵਨ ਤੇ ਸ਼ਾਂਤੀ ਹੈ। ਸ਼ਾਂਤੀ ਦਾਤਾ ਵੀ ਯਿਸੂ ਮਸੀਹ ਹੈ, ਉਹ ਸਾਨੂੰ ਸ਼ਾਂਤੀ ਦੇਵੇਗਾ ਤੇ ਜੀਵਨ ਤੇ ਕਿਆਮਤ ਵੀ ਪ੍ਰਭੂ ਯਿਸੂ ਮਸੀਹ ਹੈ। ਪੰਜਵੀਂ ਗੱਲ 7 ਆਇਤ ਵਿੱਚ ਅਸੀਂ ਪੜ੍ਹਦੇ ਹਾਂ, ਉਹਦੇ ਵਿੱਚ ਲਿਖਿਆ ਸਰੀਰਕ ਮਨਸ਼ਾ ਪਰਮੇਸ਼ਰ ਦੇ ਨਾਲ ਵੈਰ ਹੈ।
ਅੱਜ ਤੁਸੀਂ ਇੱਕ ਇੱਕ ਗੱਲ ਯਾਦ ਰੱਖੋ, ਹਰ ਸੇਵਕ, ਹਰ ਵਿਸ਼ਵਾਸੀ, ਫਿਰ ਮੈਂ ਦੂਸਰੀ ਵਾਰ ਬੋਲਣ ਲੱਗਾ, ਹਰ ਸੇਵਕ, ਹਰ ਵਿਸ਼ਵਾਸੀ ਜੇ ਤੇ ਉਹ ਸਰੀਰਕ ਮਨਸ਼ਾ ਦੇ ਨਾਲ ਚੱਲਦਾ ਤੇ ਸਮਝ ਲਓ ਪਰਮੇਸ਼ਵਰ ਦੇ ਨਾਲ ਵੈਰ ਪਾ ਰਿਹਾ ਵਾ। ਇਹ ਪੰਜਵੀਂ ਗੱਲ ਬਾਈਬਲ ਦੇ ਵਿੱਚ ਲਿਖੀ ਹੈ। ਤੁਸੀਂ ਬਾਅਦ ਵਿੱਚ ਵੀ ਰੋਮੀਆਂ ਦੀ ਪੱਤਰੀ 8 ਬਾਬ ਇਹਦੀ 5 ਐਤ ਤੋਂ ਲੈ ਕੇ ਤੇ 9 ਐਤ ਤੱਕ ਇਹਨੂੰ ਜ਼ਰੂਰ ਤੁਸੀਂ ਪੜ੍ਹਨਾ। ਇਹਦੇ ਵਿੱਚ ਲਿਖਿਆ ਸਰੀਰਕ ਮਨਸ਼ਾ ਪਰਮੇਸ਼ਵਰ ਦੇ ਨਾਲ ਵੈਰ ਹੈ। ਇਹ ਪਰਮੇਸ਼ਵਰ ਨਾਲ ਪਿਆਰ ਨਹੀਂ ਹੈ। ਜੇ ਸਾਡਾ ਮਨ ਸਰੀਰਕ ਚੀਜ਼ਾਂ ਉੱਤੇ ਲੱਗਾ ਹੁੰਦਾ ਤੇ ਫਿਰ ਇਹਦਾ ਅਰਥ ਹੈ ਸਾਡਾ ਖੁਦਾ ਨਾਲ ਪਿਆਰ ਨਹੀਂ ਹੈ। ਜੇ ਸਾਡਾ ਮਨ ਆਤਮਾ ਦੀਆਂ ਚੀਜ਼ਾਂ ਵਿੱਚ ਲੱਗਾ ਹੁੰਦਾ ਤੇ ਫਿਰ ਖੁਦਾ ਨਾਲ ਸਾਡਾ ਪਿਆਰ ਆ। ਸਰੀਰਕ ਮਨਸ਼ਾ ਜਿਹੜੀ ਆ ਇਹ ਪਰਮੇਸ਼ਵਰ ਦੇ ਨਾਲ ਵੈਰ ਆ। ਇਸ ਵਾਸਤੇ ਆਪਣੀ ਜ਼ਿੰਦਗੀ ਦੇ ਉੱਤੇ ਗੌਰ ਕਰਕੇ ਇਹਦੀ ਪਹਿਚਾਣ ਤੇ ਪਰਖ ਕਰੋ। ਇਹ ਗੱਲ ਤੁਸੀਂ ਯਾਦ ਰੱਖਿਓ। ਅੱਜ ਦੇ ਯੁੱਗ ਦੇ ਵਿੱਚ, ਅੱਜ ਦੇ ਸਮੇਂ ਦੇ ਵਿੱਚ ਕੀ ਹੋ ਰਿਹਾ, ਲੋਕ ਪਰਮੇਸ਼ਵਰ ਦੀਆਂ ਗੱਲਾਂ ਨਾਲੋਂ ਜ਼ਿਆਦਾ ਆਦਮੀ ਦੀਆਂ ਗੱਲਾਂ ਦੇ ਉੱਤੇ ਵਿਸ਼ਵਾਸ ਕਰਦੇ ਨੇ, ਜ਼ਿਆਦਾ ਇਨਸਾਨ ਦੀਆਂ ਗੱਲਾਂ ਤੇ ਭਰੋਸਾ ਕਰਦੇ ਨੇ। ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਅੰਤ ਦੇ ਦਿਨਾਂ ਦੇ ਵਿੱਚ ਕੀ ਹੋਵੇਗਾ ਕਿ ਲੋਕ ਢੇਰ ਸਾਰੇ ਗੁਰੂ ਜਿਹੜੇ ਨੇ ਉਹਨਾਂ ਨੂੰ ਕਬੂਲ ਕਰ ਲੈਣਗੇ, ਉਹਨਾਂ ਨੂੰ ਗੁਰ ਧਾਰਨਾ ਕਰ ਲੈਣਗੇ। ਅੱਜ ਕਿਸੇ ਨੇ ਦਰਖਤ ਨੂੰ ਗੁਰੂ ਬਣਾ ਲਿਆ, ਕਿਸੇ ਨੇ ਪਾਣੀ ਨੂੰ ਗੁਰੂ ਬਣਾ ਕੇ ਪਾਣੀ ਦੀ ਪੂਜਾ ਕੀਤੀ, ਕਿਸੇ ਨੇ ਸੂਰਜ ਚੰਦਰਮਾ ਨੂੰ ਗੁਰੂ ਬਣਾ ਕੇ ਉਹਦੀ ਪੂਜਾ ਸ਼ੁਰੂ ਕੀਤੀ, ਕਿਸੇ ਨੇ ਕਿਸੇ ਬੰਦੇ ਨੂੰ ਗੁਰੂ ਬਣਾ ਕੇ ਉਹਦੀ ਸੇਵਾ ਸ਼ੁਰੂ ਕੀਤੀ, ਕਿਸੇ ਨੇ ਕਿਸੇ ਪਾਸਟਰ ਨੂੰ ਗੁਰੂ ਬਣਾ ਲਿਆ, ਕਿਸੇ ਨੇ ਕਿਸੇ ਹੋਰ ਨੂੰ ਗੁਰੂ ਬਣਾ ਲਿਆ। ਪਰ ਅੱਜ ਪਰਮੇਸ਼ਰ ਵੱਲੋਂ ਧਿਆਨ ਜਿਹੜਾ ਵਾ ਬਹੁਤ ਲੋਕਾਂ ਦਾ ਘਟ ਚੁੱਕਾ ਵਾ। ਪੁਰਾਣੇ ਨੇਮ ਦੇ ਵਿੱਚ ਕੌਣ ਕੌਣ ਗੁਰੂ ਸਨ? ਯਹੋਸ਼ੂਆ ਦਾ ਗੁਰੂ ਮੂਸਾ ਹੋ ਸਕਦਾ, ਅਲੀਸ਼ਾ ਦਾ ਗੁਰੂ ਏਲੀਆ ਹੋ ਸਕਦਾ, ਪਰ ਖੁਦਾ ਨੂੰ ਮੰਨਣ ਵਾਲਾ ਨਵੇਂ ਨੇਮ ਦੇ ਵਿਸ਼ਵਾਸੀ ਦਾ ਗੁਰੂ ਕੋਈ ਇਨਸਾਨ ਨਹੀਂ ਹੋ ਸਕਦਾ। ਉਹਦਾ ਗੁਰੂ ਪ੍ਰਭੂ ਯਿਸੂ ਮਸੀਹ ਹੈ। ਨਵੇਂ ਨੇਮ ਦੇ ਵਿੱਚ ਯਿਸੂ ਮਸੀਹ ਹੈ। ਇਹ ਖੁਦਾ ਦੇ ਸੰਤ ਕੀ ਨੇ? ਇਹਦੇ ਬਾਰੇ ਪੌਲੁਸ ਨੇ ਕਿਹਾ ਕੋਈ ਬੂਟਾ ਲਾਂਦਾ ਵਾ, ਕੋਈ ਉਹਨੂੰ ਪਾਣੀ ਪਾਉਂਦਾ, ਕੋਈ ਸਿੰਜਦਾ, ਕੋਈ ਉਹਦੀ ਗੋਡੀ ਕਰਦਾ, ਨਾ ਤੇ ਲਾਉਣ ਵਾਲਾ ਤੇ ਨਾ ਹੀ ਉਹਨੂੰ ਸਿੰਜਣ ਵਾਲਾ ਪਰਮੇਸ਼ਰ ਜਿਹੜਾ ਵਧਾਉਣ ਵਾਲਾ ਉਹਦਾ ਮਾਲਕ ਆ। ਸੱਚੀ ਅੰਗੂਰ ਦੀ ਬੇਲ ਮੈਂ ਵਾਂ, ਤੁਸੀਂ ਮੇਰੀਆਂ ਟਹਿਣੀਆਂ ਜੋ। ਇਹ ਪ੍ਰਭੂ ਯਿਸੂ ਮਸੀਹ ਨੇ ਕਿਹਾ। ਪ੍ਰਭੂ ਯਿਸੂ ਮਸੀਹ ਨੇ ਪਤਰਸ ਨੂੰ ਕਿਹਾ ਮੈਂ ਕਲੀਸਿਆ ਬਣਾਵਾਂਗਾ, ਉਹ ਕਲੀਸਿਆ ਮੇਰੀ ਹੋਵੇਗੀ। ਅੱਜ ਤੁਸੀਂ ਯਾਦ ਰੱਖੋ, ਇੱਕ ਇੱਕ ਇਮਾਨਦਾਰ ਦਾ ਨਾਮ ਹੈਗਾ ਦੁਲਹਨ। ਕੀ ਤੇਰਾ ਨਾਮ ਦੁਲਹਨ ਹੈ? ਜਿਹੜਾ ਰਿਸ਼ਤਾ ਕਰਾਉਣ ਵਾਲਾ ਹੁੰਦਾ ਵਾ ਉਹਦਾ ਦੁਲਹਨ ਦੇ ਉੱਤੇ ਕੋਈ ਇਖਤਿਆਰ ਨਹੀਂ ਹੁੰਦਾ। ਉਹ ਸਿਰਫ ਮੇਲ ਮਿਲਾਪ ਕਰਾਂਦਾ ਦੁੱਲੇ ਨਾਲ। ਅੱਜ ਸੇਵਕ ਜਿਹੜੇ ਨੇ ਇਹ ਤੁਹਾਡੇ ਮਾਲਕ ਨਹੀਂ ਆ, ਇਹ ਤੁਹਾਡਾ ਮੇਲ ਪ੍ਰਭੂ ਯਿਸੂ ਮਸੀਹ ਨਾਲ ਕਰਾਉਣ ਵਾਸਤੇ। ਪ੍ਰਭੂ ਯਿਸੂ ਮਸੀਹ ਦੁੱਲਾ ਵਾ। ਯਹੂਨਾ ਜਿਹੜਾ ਪ੍ਰਭੂ ਯਿਸੂ ਮਸੀਹ ਤੋਂ ਪਹਿਲੇ ਆਇਆ, ਯਹੂਨਾ ਨਬੀ, ਉਹਨੂੰ ਪੁੱਛਿਆ ਗਿਆ ਤੂੰ ਕੌਣ ਹੈ? ਉਹਨੇ ਕਿਹਾ ਕਿ ਦੁਲਹਨ ਉਹਦੀ ਆ, ਦੁੱਲਾ ਉਹ ਵਾ। ਮੈਂ ਤੇ ਕਿ ਇਦਾਂ ਹੀ ਆ ਜਿਵੇਂ ਕੋਈ ਵਿਆਹ ਦੇ ਵਿੱਚ ਆ ਕੇ ਖੁਸ਼ ਹੁੰਦਾ ਤੇ ਆਨੰਦ ਹੁੰਦਾ। ਬਸ ਮੈਂ ਇੱਥੋਂ ਤੱਕ ਹੀ ਆ, ਦੁਲਹਨ ਉਹਦੀ ਆ ਤੇ ਦੁੱਲਾ ਉਹ ਵਾ। ਤੁਹਾਡਾ ਦੁੱਲਾ ਜਿਹੜਾ ਵਾ ਇਹਦੀ ਪਹਿਚਾਣ ਕਰੋ। ਅੱਜ ਇੱਕ ਲਫ਼ਜ਼ ਜਿਹੜਾ ਵਾ ਇਹਨੂੰ ਆਪਣੇ ਦਿਮਾਗ 'ਚ ਬਹਾ ਕੇ ਦੁੱਲਾ ਤੇ ਇਹਦੀ ਪਹਿਚਾਣ ਕਰੋ ਤੇ ਬਾਰ-ਬਾਰ ਇਹਨੂੰ ਸੋਚੋ ਵੀ ਦੁੱਲਾ ਕੌਣ ਹੈ, ਦੁੱਲਾ ਕੌਣ ਹੈ, ਦੁੱਲਾ ਕੌਣ ਹੈ, ਇਹ ਦੁੱਲਾ ਕੌਣ ਹੈ, ਇਹ ਦੁਲਹਨ ਕਿਹਦੀ ਹੈ। ਇਸ ਚੀਜ਼ ਨੂੰ ਯਾਦ ਰੱਖੋ। ਹਰ ਵਿਸ਼ਵਾਸੀ ਦਾ ਨਾਮ ਦੁਲਹਨ ਹੈ। ਤੁਸੀਂ ਪਰਮੇਸ਼ਵਰ ਦੀ ਲਾੜੀ ਹੈ, ਪਰਮੇਸ਼ਵਰ ਤੁਹਾਡਾ ਦੁੱਲਾ ਵਾ। ਇਸ ਵਾਸਤੇ ਇਹ ਖੁਦਾ ਦਾ ਵਚਨ ਜਿਹੜਾ ਵਾ ਇਹ ਸਾਨੂੰ ਦੱਸ ਰਿਹਾ, ਇਹ ਸਾਨੂੰ ਸਿਖਾ ਰਿਹਾ ਵਾ ਕਿ ਅਸੀਂ ਖੁਦਾ ਦੀ ਮਰਜ਼ੀ ਨੂੰ ਪੂਰਾ ਕਰਨਾ ਵਾ ਔਰ ਖੁਦਾ ਦੀ ਮਰਜ਼ੀ ਦੇ ਅਨੁਸਾਰ ਚੱਲਣਾ ਵਾ। ਇਹ ਸਰੀਰਕ ਮਨਸ਼ਾ ਜਿਹੜੀ ਹੈ ਇਹ ਲਿਖਿਆ ਪਰਮੇਸ਼ਵਰ ਦੇ ਨਾਲ ਵੈਰ ਆ। ਸਰੀਰ ਦੇ ਦੁਆਰਾ ਨਹੀਂ ਚੱਲਣਾ, ਖੁਦਾ ਦੇ ਕਲਾਮ ਨੂੰ ਸਮਝਣਾ ਵਾ। ਕਈ ਵਾਰ ਕੀ ਹੁੰਦਾ, ਅਸੀਂ ਕਈ ਵਾਰ ਵੰਡੇ ਗਏ ਆ, ਇਹ ਵਿਸ਼ਵਾਸੀ ਸਾਡੇ ਨੇ, ਦੂਸਰੇ ਦਾ ਵਚਨ ਨਹੀਂ ਸੁਣਨਾ, ਉਹਦਾ ਵਚਨ ਨਹੀਂ ਸੁਣਨਾ, ਉਹਦਾ ਵਚਨ ਨਹੀਂ ਸੁਣਨਾ। ਇਹ ਵਚਨ ਸੁਣਨ ਤੋਂ ਮਨਾ ਕਿਉਂ ਕਰਦੇ ਨੇ? ਇਸ ਲਈ ਕਰਦੇ ਨੇ ਕਿਤੇ ਐਸਾ ਨਾ ਹੋਵੇ ਕਿ ਲੋਕਾਂ ਦੀਆਂ ਅੱਖਾਂ ਖੁੱਲ ਜਾਣ ਤੇ ਲੋਕ ਸਾਨੂੰ ਦੇਖ ਨਾ ਲੈਣ ਕਿ ਇਹ ਕੀ ਹੈ।
ਪਰਮੇਸ਼ਰ ਨਾਲ ਵੈਰ ਹੈ। ਪਰਮੇਸ਼ਰ ਵੈਰ ਨਹੀਂ ਪਾਉਂਦਾ। ਪਰਮੇਸ਼ਰ ਇੱਕ ਪ੍ਰੇਮ ਹੈ। ਬਾਈਬਲ ਦੇ ਵਿੱਚ ਕਿਤੇ ਵੀ ਸੰਤ ਦਾ ਨਾਮ ਨਹੀਂ ਆਉਂਦਾ। ਜਿੱਥੇ ਜਿੱਥੇ ਵੀ ਲਿਖਿਆ ਉੱਥੇ ਲਿਖਿਆ ਸੰਤ। ਸੰਤਾਂ ਲਈ ਦੁਆ ਕਰੋ, ਆਪਣੇ ਆਗੂਆਂ ਦੀ ਆਗਿਆਕਾਰੀ ਕਰੋ, ਆਗੂਆਂ ਦੀ, ਆਗੂ ਦੀ ਨਹੀਂ, ਆਗੂਆਂ ਦੀ। ਅੱਜ ਵੀ ਤੁਸੀਂ ਯਾਦ ਰੱਖੋ ਤੇਰੇ ਸੰਤ ਕਿੰਨੇ ਨੇ। ਪ੍ਰਭੂ ਯਿਸੂ ਮਸੀਹ ਦੇ ਜਾਣ ਦੇ ਬਾਅਦ ਵਿੱਚ ਪਹਿਲੀ ਸਦੀ ਦੇ ਸੰਤ ਚਲੇ ਗਏ, ਫਿਰ ਉਹਨਾਂ ਦੇ ਬਾਅਦ ਹੋਰ ਆਏ, ਫਿਰ ਉਹਨਾਂ ਦੇ ਬਾਅਦ ਹੋਰ ਆਏ, ਉਹਨਾਂ ਦੇ ਬਾਅਦ ਹੋਰ ਆਏ। ਦੁਨੀਆ ਤੇ ਖੁਦਾ ਆਪਣੇ ਸੰਤਾਂ ਨੂੰ ਘੱਲਦਾ ਰਿਹਾ। ਉਹ ਸੰਤ ਚਲੇ ਜਾਂਦੇ ਰਹੇ ਤੇ ਨਵੇਂ ਆ ਜਾਂਦੇ ਰਹੇ। ਇਹ ਸੰਤ ਜਿਹੜੇ ਨੇ ਇਹ ਤੁਹਾਡੀ ਸੇਵਾ ਦੇ ਵਾਸਤੇ ਨੇ। ਤੁਹਾਡਾ ਮਾਲਕ ਜਿਹੜਾ ਵਾ ਉਹ ਵਾ ਪ੍ਰਭੂ ਯਿਸੂ ਮਸੀਹ। ਸਰੀਰ ਦੇ ਦੁਆਰਾ ਨਹੀਂ ਚੱਲਣਾ, ਕਿਉਂਕਿ ਪੰਜਵੀਂ ਗੱਲ ਅਸੀਂ ਸਿੱਖੀ ਹੈ, ਸਰੀਰਕ ਮਨਸ਼ਾ ਪਰਮੇਸ਼ਰ ਦੇ ਨਾਲ ਵੈਰ ਹੈ। ਛੇਵੀਂ ਗੱਲ 8 ਐਤ ਦੇ ਵਿੱਚ ਅਸੀਂ ਪੜ੍ਹਦੇ ਹਾਂ, ਇਹਦੇ ਵਿੱਚ ਲਿਖਿਆ ਜਿਹੜੇ ਸਰੀਰਕ ਨੇ ਉਹ ਕਦੀ ਪਰਮੇਸ਼ਰ ਨੂੰ ਪ੍ਰਸੰਨ ਕਰ ਹੀ ਨਹੀਂ ਸਕਦੇ। ਤੁਸੀਂ ਆਪ ਵੀ ਇਹਨੂੰ ਪੜ੍ਹੇ ਹੋ, ਇਹਦੇ ਵਿੱਚ ਗਲਤ ਨਹੀਂ ਲਿਖਿਆ। ਅੱਜ ਵੀ ਜਿਹੜਾ ਇਨਸਾਨ ਸਰੀਰਕ ਹੈ ਉਹ ਪਰਮੇਸ਼ਰ ਨੂੰ ਪ੍ਰਸੰਨ ਨਹੀਂ ਕਰ ਸਕਦਾ। ਪੁਰਾਣੇ ਨੇਮ ਦੇ ਨਬੀ ਤੁਸੀਂ ਪੜ੍ਹੋ, ਜਿਨ੍ਹਾਂ ਨੂੰ ਉਹ ਵਾਅਦੇ ਨਹੀਂ ਦਿੱਤੇ ਗਏ ਜੋ ਤੁਹਾਨੂੰ ਦਿੱਤੇ ਗਏ। ਜੋ ਜਗ੍ਹਾ ਤੁਹਾਡੇ ਲਈ ਖੁਦਾ ਨੇ ਰੱਖੀ ਹੈ ਉਸ ਜਗ੍ਹਾ ਨੂੰ ਉਹ ਪ੍ਰਾਪਤ ਨਹੀਂ ਕਰ ਸਕੇ। ਫਿਰ ਵੀ ਉਹਨਾਂ ਦਾ ਜੀਵਨ ਦੇਖੋ ਕਿ ਉਹਨਾਂ ਦਾ ਜੀਵਨ ਜਿਹੜਾ ਸੀ ਉਹ ਕਿੱਦਾਂ ਦਾ ਸੀ। ਅੱਜ ਵੀ ਤੁਸੀਂ ਯਾਦ ਰੱਖੋ, ਅਗਰ ਤੁਸੀਂ ਸਰੀਰਕ ਹੋ ਤੇ ਤੁਸੀਂ ਖੁਦਾ ਨੂੰ ਕਦੀ ਖੁਸ਼ ਨਹੀਂ ਕਰ ਸਕਦੇ, ਖੁਦਾ ਨੂੰ ਪ੍ਰਸੰਨ ਨਹੀਂ ਕਰ ਸਕਦੇ। ਅਬਰਾਮ ਦੇ ਬਾਰੇ ਜੀ ਦੇਖੋ, ਉਹਨੂੰ ਖੁਦਾ ਨੇ ਕਿਹਾ ਸਾਰਾ ਕੁਝ ਛੱਡ ਕੇ, ਪਿਤਾ ਦਾ ਘਰ, ਰਿਸ਼ਤੇਦਾਰ, ਆਪਣਾ ਦੇਸ਼, ਜੋ ਕੁਝ ਵੀ ਹੈਗਾ ਛੱਡ ਦੇ। ਜਦੋਂ ਤੁਸੀਂ ਇਬਰਾਨੀਆਂ ਦੀ ਪੱਤਰੀ ਪੜ੍ਹਦੇ ਹੋ ਉਹਦੇ ਵਿੱਚ ਲਿਖਿਆ ਕਿ ਉਹਨੇ ਆਪਣੇ ਬੇਟੇ ਇਸਾਕ ਨਾਲ, ਯਾਕੂਬ ਨਾਲ ਤੰਬੂਆਂ ਦੇ ਵਿੱਚ ਵਾਸ ਕੀਤਾ। ਤੰਬੂਆਂ 'ਚ ਵਾਸ ਕਿਉਂ ਕੀਤਾ? ਲਿਖਿਆ ਕਿ ਉਹਨੇ ਮੰਨ ਲਿਆ ਕਿ ਅਸੀਂ ਪਰਦੇਸੀ ਤੇ ਮੁਸਾਫਰ ਹਾਂ, ਪਰ ਫਿਰ ਵੀ ਉਹ ਵਾਅਦੇ ਜਿਹੜੇ ਸੀ ਉਹਨੂੰ ਪ੍ਰਾਪਤ ਨਹੀਂ ਹੋਏ, ਉਹਨਾਂ ਨੂੰ ਹਾਸਲ ਨਹੀਂ ਕਰ ਸਕੇ ਜੋ ਖੁਦਾ ਨੇ ਤੁਹਾਡੇ ਵਾਸਤੇ ਰੱਖੇ ਨੇ। ਜੇ ਪੁਰਾਣੀ ਸਦੀ ਦੇ ਵਿੱਚ ਲੋਕ ਇੱਦਾਂ ਦੇ ਸਨ ਤੇ ਅੱਜ ਦਾ ਵਿਸ਼ਵਾਸੀ ਜਿਹੜਾ ਵਾ ਇਹ ਕਿੱਦਾਂ ਦਾ ਹੋਣਾ ਚਾਹੀਦਾ। ਅੱਜ ਵੀ ਤੁਸੀਂ ਆਪਣੀ ਜ਼ਿੰਦਗੀ ਤੇ ਗੌਰ ਕਰੋ। ਸਰੀਰਕ ਆਦਮੀ ਪਰਮੇਸ਼ਰ ਨੂੰ ਪ੍ਰਸੰਨ ਨਹੀਂ ਕਰ ਸਕਦਾ, ਕਦੀ ਵੀ ਪਰਮੇਸ਼ਰ ਨੂੰ ਖੁਸ਼ ਨਹੀਂ ਕਰ ਸਕਦਾ। ਇਸ ਵਾਸਤੇ ਅਸੀਂ ਖੁਦਾ ਦੇ ਕਲਾਮ ਨੂੰ ਯਾਦ ਰੱਖਣਾ। ਜੇ ਅਸੀਂ ਸਰੀਰਕ ਹਾਂ, ਸਾਡਾ ਮਨ ਸਰੀਰ ਦੀਆਂ ਵਸਤਾਂ ਤੇ ਲੱਗਾ ਰਹਿੰਦਾ, ਸਰੀਰਕ ਮਨਸ਼ਾ ਮੌਤ ਆ। ਸਰੀਰਕ ਇਨਸਾਨ ਪਰਮੇਸ਼ਰ ਨੂੰ ਖੁਸ਼ ਨਹੀਂ ਕਰ ਸਕਦਾ। ਪਰਮੇਸ਼ਰ ਨੂੰ ਖੁਸ਼ ਕਰਨਾ, ਅਬਰਾਹਮ ਨੇ ਆਪਣੇ ਬੇਟੇ ਦੀ ਵੀ ਪਰਵਾਹ ਨਹੀਂ ਕੀਤੀ। ਅਸੀਂ ਆਪਣੇ ਬੱਚਿਆਂ ਦੇ ਕਹਿਣ ਤੇ ਚੱਲਦੇ ਹਾਂ, ਅਸੀਂ ਦੁਨੀਆ ਦੇ ਕਹਿਣ ਤੇ ਚੱਲਦੇ ਹਾਂ। ਅਸੀਂ ਆਪਣੇ ਜਿਨ੍ਹਾਂ ਨਾਲ ਸਾਡਾ ਪਿਆਰ ਹੈ, ਉਹ ਕੋਈ ਵੀ ਹੋ ਸਕਦਾ, ਕੋਈ ਆਮ ਭੈਣ ਹੋ ਸਕਦੀ ਹੈ, ਕੋਈ ਆਮ ਭਾਈ ਹੋ ਸਕਦਾ, ਕੋਈ ਸਾਡੀ ਬੇਟੀ ਹੋ ਸਕਦੀ ਆ, ਕੋਈ ਸਾਡੀ ਘਰਵਾਲੀ ਹੋ ਸਕਦੀ ਆ, ਬੇਟਾ ਹੋ ਸਕਦਾ, ਕੋਈ ਹੋਰ ਇਨਸਾਨ ਹੋ ਸਕਦਾ, ਕੋਈ ਵੀ ਹੋਵੇ। ਅਸੀਂ ਉਹਨਾਂ ਲੋਕਾਂ ਦੀ ਸਲਾਹ ਨਾਲ ਚੱਲਦੇ ਹਾਂ, ਰੱਬ ਦੀ ਸਲਾਹ ਨਾਲ ਨਹੀਂ ਚੱਲਦੇ। ਇਸ ਵਾਸਤੇ ਲਿਖਿਆ ਜਿਹੜੇ ਸਰੀਰਕ ਨੇ ਉਹ ਕਦੀ ਵੀ ਪਰਮੇਸ਼ਰ ਨੂੰ ਪ੍ਰਸੰਨ ਨਹੀਂ ਕਰ ਸਕਦੇ। 7ਵੀਂ ਗੱਲ 9 ਐਤ ਵਿੱਚ ਅਸੀਂ ਪੜ੍ਹਨੀ ਹੈ। ਇਹਦੇ ਵਿੱਚ ਲਿਖਿਆ ਕਿ ਤੁਸੀਂ ਸਰੀਰਕ ਨਹੀਂ ਸਗੋਂ ਆਤਮਿਕ ਹੋ। ਤੁਸੀਂ ਜਿਨ੍ਹਾਂ ਨੇ ਆਪਣਾ ਜੀਵਨ ਪ੍ਰਭੂ ਨੂੰ ਦੇ ਦਿੱਤਾ, ਇਹ ਤੁਸੀਂ ਹੁਣ ਸਰੀਰਕ ਨਹੀਂ ਹੋ। ਜਨਮ ਤੋਂ ਲੈ ਕੇ ਪ੍ਰਭੂ ਯਿਸੂ ਮਸੀਹ ਤੱਕ ਆਉਣ ਤੱਕ, ਆਪਣੇ ਗੁਨਾਹਾਂ ਦੀ ਮਾਫੀ ਮੰਗਣ ਤੱਕ, ਬਪਤਿਸਮਾ ਲੈਣ ਤੱਕ, ਕਲੀਸਿਆ 'ਚ ਸ਼ਾਮਲ ਹੋਣ ਤੱਕ ਤੁਸੀਂ ਸਰੀਰਕ ਸੀ। ਪਰ ਜਦੋਂ ਪ੍ਰਭੂ ਦੇ ਵਿੱਚ ਆ ਗਏ ਫਿਰ ਤੁਸੀਂ ਸਰੀਰਕ ਨਹੀਂ ਰਹੇ। ਹੁਣ ਤੁਸੀਂ ਸਰੀਰਕ ਨਹੀਂ, ਤੁਸੀਂ ਆਤਮਿਕ ਹੋ। ਪਰ ਤਾਂ ਹੀ ਤੁਸੀਂ ਆਤਮਿਕ ਹੋ। ਫਿਰ ਲਿਖਿਆ ਜੇ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵਸਦਾ, ਤੇ ਲਾਸ਼ ਲਿਖਿਆ ਜਿਹਦੇ ਵਿੱਚ ਮਸੀਹ ਦਾ ਆਤਮਾ ਨਹੀਂ, ਉਹ ਮਸੀਹ ਦਾ ਨਹੀਂ ਹੈ। ਇਸ ਵਾਸਤੇ ਅੱਜ ਖੁਦਾ ਚਾਹੁੰਦਾ ਇਹਨਾਂ ਆਖਰੀ ਦਿਨਾਂ ਦੇ ਵਿੱਚ ਤੁਸੀਂ ਆਤਮਿਕ ਬਣੋ, ਆਪਣਾ ਜੀਵਨ ਖੁਦਾ ਦੇ ਅਰਪਣ ਕਰੋ। ਜਦੋਂ ਸਾਨੂੰ ਖੁਦਾ ਨੇ ਆਪਣਾ ਵਚਨ ਦਿੱਤਾ, ਆਪਣਾ ਰੂਹ ਦਿੱਤਾ ਸਾਨੂੰ ਪਵਿੱਤਰ ਬਣਾਉਣ ਦੇ ਵਾਸਤੇ, ਤੇ ਆਓ ਫਿਰ ਅਸੀਂ
खुदा दे वचन ते गौर करिए। खुदा की चाहता, खुदा तुहाडे नाल प्यार करदा। खुदा दा संत पालूस ये तुहाडे वास्ते खुदा दा वचन पेश कर रहा। हे प्यारिओ, ਜਦੋਂ ਸਾਨੂੰ ਇਹ वचन ਦਿੱਤੇ ਹੋਏ ਨੇ, ਆਓ ਅਸੀਂ ਸਰੀਰ ਅਤੇ ਆਤਮਾ ਦੀ ਸਾਰੀ ਮਲੀਨਤਾਈ ਤੋਂ ਸ਼ੁੱਧ ਹੋ ਕੇ ਪਰਮੇਸ਼ਰ ਦੇ ਡਰ ਵਿੱਚ ਪਵਿੱਤਰਤਾਈ ਵਿੱਚ ਪੂਰੇ ਬਣੀਏ, ਪਵਿੱਤਰਤਾਈ ਵਿੱਚ ਪੂਰੇ ਹੋਈਏ। ਦੁਆ ਕਰਾਂ। प्यारे बाप समानी, तेरा शुक्र, तेरी तारीफ करते हैं तेरे उस पाक कलाम के वास्ते जिस दे नाल तू अपने लोगों को पवित्र बना रहा। तू अपना पवित्र आत्मा दिता ताकि हर इंसान पवित्र बने, तेरी मर्जी ने पूरा कर सके। खुदा तू बरकत दे। जिन्हें भी तेरे वचन को सुन रहे ने, आए खुदा अज उन्होंने अपना कलाम समझण दे वास्ते बरकत देवीं। अगर वचन सुनने वालियां दे विच कोई दुखी बीमार होवे ते तू प्रभु यीशु मसीह उन्हें चंगा करी। सबना नूं बरकत देवीं प्रभु यीशु दे नाम दे विच, आमीन। सबना नूं जय मसीह दी। खुदा तुहानूं बहुत बहुत बरकत देवे।